ਲੇਖਕ ਕ੍ਰਿਸ਼ਨ ਚੰਦਰ ਦਾ ਹਾਸਵੰਗ ਨਾਵਲ ਹੈ ਇੱਕ ਗਧੇ ਦੀ ਆਤਮ ਕਥਾ ਭਾਗ 6ਵਾਂ। ਅੱਗੇ ਚੱਲ ਕੇ ਪ੍ਰੋਫੈਸਰ ਬਾਂਕੇ ਬਿਹਾਰੀ ਆਹ ਬਨਰਜੀ ਤੇ ਜਨਾਬ ਹਾਮਿਦ ਹਸਨ ਲਾ ਵਾਹ ਲਖਮੀ ਖੜੇ ਨਜ਼ਰ ਆਏ। ਪ੍ਰੋਫੈਸਰ ਬਾਂਕੇ ਬਿਹਾਰੀ ਆਹ ਬਨਾਰਸੀ ਹਿੰਦੂ ਤੇ ਸੰਸਕ੍ਰਿਤ ਦੇ ਵਿਦਵਾਨ ਸਨ ਅਤੇ ਜਨਾਬ ਵਾਹ ਲਖਨਵੀ ਉਰਦੂ ਜ਼ੁਬਾਨ ਦੇ ਮੰਨੇ ਹੋਏ ਸ਼ਹਿਰ। ਆਹ ਬਨਾਰਸੀ ਨੂੰ ਹਿੰਦੀ ਅਤੇ ਸੰਸਕ੍ਰਿਤ 'ਚ ਦੇ ਕੇ ਕੂਹਲੇ ਵਿਸ਼ੇ ਦੇ ਸਾਰੇ ਵੱਡੇ ਕਲਾਸੀਕਲ ਕਵੀਆਂ ਦੀਆਂ ਅਛੂਤੀਆਂ ਉਪਮਾਵਾਂ ਰਟੀਆਂ ਹੋਈਆਂ ਸਨ। ਵਾਹ ਲਖਨਵੀ ਨੂੰ ਕਮਰ ਦੇ ਲਿਖੇ ਉਰਦੂ ਅਤੇ ਫਾਰਸੀ ਦੇ ਹਜ਼ਾਰਾਂ ਸ਼ੇਰ ਯਾਦ ਸਨ। ਆਹ ਬਨਾਰਸੀ ਕੁਲਹਾ ਵਿਸ਼ੇਸ਼ਕ ਸੀ ਤੇ ਵਾਹ ਲਖਨਵੀ ਕਮਰ ਵਿਸ਼ੇਸ਼ਕ। ਦੋਵੇਂ ਸ਼ੇਰ ਪੜ੍ਹ ਕੇ ਨੰਬਰ ਦਿੰਦੇ। ਮੈਂ ਵਾਹ ਲਖਨਵੀ ਨੂੰ ਕਿਹਾ, ਵਾਹ ਸਾਹਿਬ। ਉਹ ਬੋਲੇ, ਹਾਂ ਸਾਹਿਬ। ਮੈਂ ਕਿਹਾ, ਵਾਹ ਸਾਹਿਬ, ਲਖਨਊ ਦੀ ਜਿਹੜੀ ਮਲਿਕਾ ਹੁਸਨ ਹੋਏਗੀ, ਸੁਣਿਆ ਹੈ ਕਿ ਉਸਦੀ ਤਾਂ ਕਮਰ ਹੀ ਨਹੀਂ ਹੈ, ਫਿਰ ਤੁਸੀਂ ਕੀ ਕਰੋਗੇ? ਵਾਹ ਸਾਹਿਬ ਨੇ ਕਿਹਾ, ਅਜਿਹੇ ਮੌਕੇ ਲਈ ਮੈਂ ਹਮੇਸ਼ਾ ਇੱਕ ਦੂਰਬੀਨ ਰੱਖਦਾ ਹਾਂ। ਵਾਹ ਲਖਨਵੀ ਨੇ ਜੇਬ ਵਿੱਚੋਂ ਇੱਕ ਛੋਟੀ ਜਿਹੀ ਖੁਰਦਬੀਨ ਕੱਢ ਕੇ ਦਿਖਾਇਆ। ਮੈਂ ਉਹਨਾਂ ਦੀ ਸੂਖਮ ਦ੍ਰਿਸ਼ਟੀ ਦੀ ਪ੍ਰਸ਼ੰਸਾ ਕਰਦਾ ਹੋਇਆ ਅੱਗੇ ਤੁਰ ਪਿਆ। ਬਸ ਇਸੇ ਤਰ੍ਹਾਂ ਇੱਕ ਦੇ ਬਾਅਦ ਇੱਕ ਤਲਾਅ ਦੇ ਕਿਨਾਰੇ ਦਰਜਨਾਂ ਕਲਾਕਾਰ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਨ। ਛਾਤੀ ਤੇ ਸਿਰ ਦੇ ਵਾਲਾਂ ਤੱਕ ਦੇ ਹਰ ਕਿਸਮ ਦੇ ਕਲਾਕਾਰ ਸਨ। ਹਰ ਕੁੜੀ ਕੋਲ ਫਾਰਮ ਸੀ। ਉਹ ਫਾਰਮ ਤੇ ਇੱਕ ਫੋਟੋ ਲੱਗੀ ਹੋਈ ਸੀ। ਹਰ ਕਲਾਕਾਰ ਮਿਣਤੀ ਛਿਣਤੀ ਕਰਕੇ ਠੀਕ ਠਾਕ ਅੰਕੜੇ ਫਾਰਮ ਵਿੱਚ ਭਰ ਦਿੰਦਾ ਤੇ ਆਪਣੀ ਰਾਏ ਲਿਖ ਦਿੰਦਾ। ਇਸ ਤਰ੍ਹਾਂ ਛਾਤੀ, ਬਾਹਾਂ, ਬੁੱਲ੍ਹਾਂ, ਅੱਖਾਂ, ਵਾਲ, ਕੰਨਾਂ, ਹਰ ਚੀਜ਼ ਨੂੰ ਨਾਪਿਆ ਜਾ ਰਿਹਾ ਸੀ ਤੇ ਬੜੀ ਗੰਭੀਰਤਾ ਨਾਲ ਉਹਨਾਂ ਬਾਰੇ ਰਾਏ ਦਿੱਤੀ ਜਾ ਰਹੀ ਸੀ। ਅਚਾਨਕ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਕਲੱਬ ਵਿੱਚ ਨਹੀਂ, ਕਿਸੇ ਨਿਰਜਿੰਦ ਕਾਰਖਾਨੇ ਵਿੱਚ ਮਸ਼ੀਨਾਂ ਦੀ ਖਟ ਨਾਲ ਗੂੰਜਦੇ ਹਾਲ ਵਿੱਚ ਖੜਾ ਹਾਂ। ਕਿਸੇ ਤੈਰਾਕੀ ਵਾਲੇ ਕਮਰੇ ਦੇ ਕੰਢੇ ਨਹੀਂ, ਔਰਤਾਂ ਦੇ ਕਾਰਖਾਨੇ ਵਿੱਚ ਖੜਾ ਹਾਂ। ਇੱਥੇ ਔਰਤਾਂ ਬਣਦੀਆਂ ਨੇ ਜਿਸ ਤਰ੍ਹਾਂ ਸਾਈਕਲਾਂ ਬਣਦੀਆਂ ਨੇ ਤੇ ਜਾਂ ਮੋਟਰਾਂ ਬਣਦੀਆਂ ਨੇ। ਇਹ ਅਸੈਂਬਲੀਆਂ ਲਾਈਨ ਹਨ ਜਿੱਥੇ ਇਹ ਵੱਖ-ਵੱਖ ਕਲਾਕਾਰ ਪੁੜਿਆਂ, ਪੱਟਾਂ, ਪਿੰਜੜੀਆਂ, ਲੱਕ, ਬਾਹਾਂ, ਬੁੱਲ੍ਹਾਂ, ਗੱਲਾਂ ਨੂੰ ਨਾਪ ਤੋਲ ਕੇ ਵੱਖ-ਵੱਖ ਅੰਗ ਜੋੜ ਕੇ ਔਰਤ ਬਣਾ ਰਹੇ ਹਨ। ਸੁੰਦਰਤਾ ਦੀ ਰਾਣੀ ਮਲਕਾ ਹੁਸਨ, ਵਿਊਂਗ ਸੁਪਰ ਡੀਲੋ ਔਰਤ ਜਾਂ 67 ਦੀ ਸਟੂਡੀਓ ਬੇਕਰ, ਸਨਬੀਮ ਟਾਈਲਰ। 2-3 ਘੰਟੇ ਇਹੀ ਨਾਪ ਤੋਲ ਜਾਰੀ ਰਿਹਾ ਤੇ ਹਿਸਾਬ ਕਿਤਾਬ ਹੁੰਦਾ ਰਿਹਾ। ਅਖੀਰ ਵਿੱਚ ਜਦੋਂ ਸਾਰੀਆਂ ਸੂਚੀਆਂ ਬਣ ਗਈਆਂ, ਸਾਰੇ ਫਾਰਮ ਭਰੇ ਗਏ ਤਾਂ ਇਹ ਸਾਰੀਆਂ ਸੂਚੀਆਂ ਨੂੰ ਉਹਨਾਂ ਨਾਲ ਨੱਥੀ ਕੀਤੇ ਮੈਨੂੰ ਫੋਟੋ ਦੇ ਪਿੱਛੇ ਦਿੱਤੇ ਅਤੇ ਘੋਖਣ ਲਈ ਮੈਨੂੰ ਪੌਣਾ ਘੰਟਾ ਦਿੱਤਾ। ਇਸ ਪਿੱਛੋਂ ਮੈਂ ਆਪਣਾ ਫੈਸਲਾ ਸੁਣਾਇਆ ਸੀ ਤੇ ਭਾਰਤ ਦੀ ਸਭ ਤੋਂ ਸੁੰਦਰ ਕੁੜੀ ਦਾ ਐਲਾਨ ਕਰ ਦਿੱਤਾ ਸੀ। ਮੈਂ ਸਾਰੀਆਂ ਸੂਚੀਆਂ ਬਾਰੇ ਧਿਆਨ ਨਾਲ ਦੇਖਿਆ, ਫੋਟੋ ਵੀ ਧਿਆਨ ਨਾਲ ਦੇਖੇ, ਅੰਕੜਿਆਂ ਦੀ ਜਾਂਚ ਪੌਂਖ ਕੀਤੀ, ਆਪਣੇ ਮਨ ਵਿੱਚ ਵੱਖ-ਵੱਖ ਜਾਤੀਆਂ, ਬੁੱਲ੍ਹਾਂ, ਵਾਲਾਂ, ਬਾਹਾਂ ਦਾ ਅਹਿਸਾਸ ਵਸਾਇਆ। ਉਸ ਪਿੱਛੋਂ ਆਪਣਾ ਫੈਸਲਾ ਸੁਣਾਉਣ ਲਈ ਤਿਆਰ ਹੋ ਗਿਆ। ਫੈਸਲਾ ਕਰਨ ਲਈ ਮੈਨੂੰ ਮੁਸ਼ਕਲ ਨਾਲ ਅੱਧਾ ਘੰਟਾ ਲੱਗਾ। ਲੇਡੀ ਗਮ ਹੈਰਾਨ ਰਹਿ ਗਈ। ਇੰਨੀ ਜਲਦੀ ਤੁਸੀਂ ਸੂਚੀਆਂ ਪੜ੍ਹ ਲਈਆਂ ਤੇ ਫੈਸਲਾ ਕਰ ਲਿਆ? ਹਾਂ। ਤਾਂ ਚਲੋ ਕਲੱਬ ਦੇ ਹਾਲ ਵਿੱਚ। ਉੱਥੇ ਸ਼ਹਿਰ ਦੇ ਵੱਡੇ ਲੋਕਾਂ ਦੇ ਸ਼ਹਿਰ ਦੀਆਂ ਸੁੰਦਰੀਆਂ ਤੁਹਾਡਾ ਫੈਸਲਾ ਸੁਣਨ ਲਈ ਬੇਚੈਨ ਨੇ। ਅੰਕ ਅਗਲਾ। ਹੁਣ ਜਦੋਂ ਅਸੀਂ ਦੁਬਾਰਾ ਕਲੱਬ ਦੇ ਹਾਲ ਵਿੱਚ ਪਹੁੰਚੇ ਤਾਂ ਕਈ ਘੰਟੇ ਬੀਤ ਚੁੱਕੇ ਸਨ। ਸ਼ਹਿਰ ਵਿੱਚ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਫਲਾਣੇ ਵੇਲੇ ਸੁੰਦਰੀ ਪ੍ਰਤੀਯੋਗਿਤਾ ਦਾ ਫੈਸਲਾ ਸੁਣਾਇਆ ਜਾਏਗਾ। ਸੋ ਵੱਡੇ ਰਾਜ ਮੰਤਰੀ, ਅਮੀਰ ਡਿਪਲੋਮੈਟਿਕ ਕਲੋਨੀ ਦੇ ਰਾਜਦੂਤ, ਵਿਦੇਸ਼ੀ ਕੈਮਰਾਮੈਨ ਤੇ ਭਾਰਤੀ ਅਖਬਾਰਾਂ ਪਰਚਿਆਂ ਦੇ ਫੋਟੋਗ੍ਰਾਫਰਾਂ ਨਾਲ ਜੁੜੇ ਹੋਏ ਸਨ। ਇਸ ਵਾਰੀ ਹਾਲ ਦੀ ਦਿੱਖ ਹੀ ਬਦਲ ਗਈ ਸੀ। ਹੁਣ ਇਹ ਪਹਿਲਾਂ ਨਾਲੋਂ ਵੀ ਚਮਕੀਲਾ ਤੇ ਭੜਕੀਲਾ ਦਿਸ ਰਿਹਾ ਸੀ। ਉੱਚ ਵਰਗ ਦੀਆਂ ਜਿੰਨੀਆਂ ਸੋਹਣੀਆਂ ਔਰਤਾਂ ਹੋਣਗੀਆਂ, ਮੇਰੇ ਖਿਆਲ 'ਚ ਉਹ ਸਾਰੀਆਂ ਇੱਥੇ ਮੌਜੂਦ ਸਨ। ਉਹਨਾਂ ਵਿੱਚੋਂ ਕਈ ਤਾਂ ਉਹ ਸਨ ਜਿਹੜੀਆਂ ਪਿਛਲੇ ਵਰ੍ਹੇ ਜਾਂ ਉਸ ਤੋਂ ਪਿਛਲੇ ਵਰ੍ਹੇ ਦੀਆਂ ਰਾਣੀਆਂ ਰਹਿ ਚੁੱਕੀਆਂ ਸਨ ਤੇ ਹੁਣ ਮੋਟਰਾਂ ਦੇ ਮਾਡਲਾਂ ਵਾਂਗ ਬਦਲੀਆਂ ਜਾ ਚੁੱਕੀਆਂ ਸਨ। ਹਾਲ ਵਿੱਚ ਇੱਕ ਪਾਸੇ ਇੱਕ ਉੱਚਾ ਡਾਇਸ ਬਣਾਇਆ ਹੋਇਆ ਸੀ। ਵਿਚਕਾਰ ਮੇਜ਼ ਤੇ ਮੇਜ਼ ਦੇ ਸਾਹਮਣੇ 2 ਕੁਰਸੀਆਂ ਤੇ 2 ਮਾਈਕਰੋਫੋਨ ਲੱਗੇ ਹੋਏ ਸਨ। ਸਭ ਤੋਂ ਪਹਿਲਾਂ ਲੇਡੀ ਗਾਮਾ ਨੇ ਸਟੇਜ 'ਤੇ ਜਾ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਸੁੰਦਰੀ ਪ੍ਰਤੀਯੋਗਿਤਾ ਦਾ ਮਹੱਤਵ ਦੱਸਿਆ। ਸਹਾਇਕ ਜੱਜਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੰਕੜੇ ਇਕੱਤਰ ਕਰਨ ਵਿੱਚ ਮੇਰੀ ਮਦਦ ਕੀਤੀ। ਉਸ ਪਿੱਛੋਂ ਲੇਡੀ ਗਾਮਾ ਨੇ ਮੇਰੀ ਜਾਣ ਪਛਾਣ ਕਰਵਾਈ ਤੇ ਦੱਸਿਆ ਕਿ ਕਿਉਂ ਮੈਨੂੰ ਇੱਕ ਤੁੱਛ ਗਧੇ ਨੂੰ ਇਸ ਮਹੱਤਵਪੂਰਨ ਕੰਮ ਲਈ ਚੁਣਿਆ ਗਿਆ ਸੀ। ਉਹੀ ਰੋਮਨ ਸੁੰਦਰੀਆਂ ਦੇ ਗਧੀ ਦੇ ਦੁੱਧ ਨਾਲ ਇਸ਼ਨਾਨ ਕਰਨ ਵਾਲੀ ਕਥਾ ਦੁਹਰਾਈ ਜਿਸ ਨਾਲ ਲੋਕ ਬੜੇ ਪ੍ਰਭਾਵਿਤ ਹੋਏ। ਇਸ ਪਿੱਛੋਂ ਤਾੜੀਆਂ ਦੀ ਗੂੰਜ ਵਿੱਚ ਮੈਨੂੰ ਕੁਰਸੀ ਪੇਸ਼ ਕੀਤੀ ਗਈ। ਉਸ ਤੋਂ ਤੁਰੰਤ ਬਾਅਦ ਬੈਂਡ ਵੱਜਿਆ ਅਤੇ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀਆਂ ਸੁੰਦਰੀਆਂ ਇਸ਼ਨਾਨ ਕਰਨ ਵਾਲੇ ਸੁੰਦਰ ਅਤੇ ਨਵੇਂ ਡਿਜ਼ਾਈਨਰ ਦੇ ਬਸਤਰ ਪਾਈ ਹਾਲ ਵਿੱਚ ਆਈਆਂ। ਲੋਕ ਉਹਨਾਂ ਦੀ ਸੁੰਦਰਤਾ ਦੇਖ ਕੇ ਸਿਲ ਪੱਥਰ ਹੋ ਗਏ।
ਜਿੰਨੀਆਂ ਔਰਤਾਂ ਸਨ ਉਹ ਹਰੇਕ ਸੁੰਦਰੀ ਨਾਲ ਵਾਰੀ-ਵਾਰੀ ਆਪਣਾ ਮੌਨ ਤੁਲਨਾ ਕਰ ਰਹੀਆਂ ਸਨ ਤੇ ਹਰ ਵਾਰੀ ਮਨ ਹੀ ਮਨ ਆਪਣੇ ਆਪ ਨੂੰ ਵੱਧ ਨੰਬਰ ਦੇ ਰਹੀਆਂ ਸਨ। ਜਿੰਨੇ ਮਰਦ ਸਨ ਉਹ ਇਹ ਸੋਚ ਰਹੇ ਸਨ ਕਿ ਜੇ ਹਰੇਕ ਕੁੜੀ ਉਹਨਾਂ ਕੋਲ 1 ਮਿੰਟ ਖਲੋ ਕੇ ਫਿਰ ਅੱਗੇ ਵਧੇ ਤਾਂ ਕਿੰਨਾ ਚੰਗਾ ਹੋਏਗਾ। ਪਰ ਸੁੰਦਰੀਆਂ ਦੀ ਪਰੇਡ ਛੇਤੀ ਹੀ ਖਤਮ ਹੋ ਗਈ ਤੇ ਉਹ ਸਾਰੀਆਂ ਸਾਡੀਆਂ ਭਾਵ ਮੇਰੀ ਤੇ ਲੇਡੀ ਗਾਮਾ ਦੀਆਂ ਕੁਰਸੀਆਂ ਪਿੱਛੇ ਇੱਕ ਦਾਇਰੇ ਵਿੱਚ ਖੜੀਆਂ ਹੋਈਆਂ ਕੁਰਸੀਆਂ ਤੇ ਬਿਰਾਜਮਾਨ ਹੋ ਗਈਆਂ। ਲੇਡੀ ਗਾਮਾ ਨੇ ਉੱਠ ਕੇ ਇੱਕ ਸੁੰਦਰੀ ਨੂੰ ਵਾਰੀ-ਵਾਰੀ ਮਾਈਕ ਸਾਹਮਣੇ ਬੁਲਾਇਆ, ਹਾਜ਼ਰ ਲੋਕਾਂ ਨਾਲ ਉਹਨਾਂ ਦੀ ਜਾਣ ਪਛਾਣ ਕਰਵਾਈ। ਉਹ ਤੋਂ ਧੰਨਵਾਦ ਦੇ 2 ਸ਼ਬਦ ਕਹਾਏ ਅਤੇ ਫਿਰ ਉਹਨਾਂ ਨੂੰ ਵਾਪਸ ਕੁਰਸੀ ਤੇ ਭੇਜ ਦਿੱਤਾ। ਇਸ ਨਾਲ ਘੱਟੋ ਘੱਟ ਇਹ ਤਾਂ ਹੋਇਆ ਕਿ ਦਰਸ਼ਕਾਂ ਨੂੰ ਉਹਨਾਂ ਸੁੰਦਰੀਆਂ ਨੂੰ ਚੰਗੀ ਤਰ੍ਹਾਂ ਦੇਖਣ ਦਾ ਮੌਕਾ ਮਿਲ ਗਿਆ। ਪਰ ਸਿਰਫ ਦਰਸ਼ਕਾਂ ਨੂੰ ਬਲਕਿ ਮੈਨੂੰ ਵੀ, ਜਿਸ ਦੇ ਹੁਣੇ-ਹੁਣੇ ਇਸ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀ ਹਰੇਕ ਸੁੰਦਰੀ ਮੁਸਕਰਾ ਕੇ ਧੰਨਵਾਦ ਕਰਦੀ ਸੀ। ਪਰ ਜਦੋਂ ਉਹ ਮੇਰਾ ਧੰਨਵਾਦ ਕਰਨ ਲਈ ਮੇਰੇ ਵੱਲ ਝੁਕਦੀ ਸੀ ਤਾਂ ਆਪਣੇ ਬੁੱਲ੍ਹਾਂ ਦੀ ਅਜੀਬ ਮਿੱਠੀ ਮੁਸਕਾਨ ਨਾਲ ਇੱਕ ਕਲੀ ਵਾਂਗ ਮੇਰੇ ਵੱਲ ਸੁੱਟਦੀ ਸੀ। ਕਿੱਡੀਆਂ ਕਿਰਪਾ ਪਾਤਰ ਮੁਸਕਰਾਹਟਾਂ ਸਨ ਉਹ, ਅੱਖਾਂ ਨਜ਼ਰਾਂ ਸ਼ਾਇਦ ਬੁੱਲ੍ਹ ਕਹਿੰਦੇ ਸਨ, ਜੇ ਕਿਤੇ ਤੁਸੀਂ ਸਾਨੂੰ ਸੁੰਦਰਤਾ ਦੀ ਰਾਣੀ ਦਾ ਖਿਤਾਬ ਦੇ ਦਿਓ ਤਾਂ ਅਸੀਂ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਈਏ, ਹਾਲਾਂਕਿ ਤੁਸੀਂ ਸਿਰਫ ਇੱਕ ਗਧੇ ਹੋ। ਰੂਪਵਤੀ ਦੀ ਮੁਸਕਾਨ ਸਭ ਨਾਲੋਂ ਵਿਚਿੱਤਰ ਸੀ। ਉਸ ਦੀ ਮੁਸਕਾਨ ਵਿੱਚ ਅਜੀਬ ਕਿਸਮ ਦੀ ਸੰਤੁਸ਼ਟੀ ਸੀ, ਇੱਕ ਅਨੋਖੀ ਤਰ੍ਹਾਂ ਦੀ ਮਾਲਕਾਨਾ ਮੁਸਕਾਨ। ਕਮਲਾ ਨੇ ਨਾ ਸਿਰਫ ਆਪਣੀ ਮੁਸਕਾਨ ਨਾਲ ਬਲਕਿ ਆਪਣੇ ਸਰੀਰ ਦੇ ਹਰੇਕ ਅੰਗ ਨਾਲ ਮੇਰੇ ਉੱਤੇ ਭਰਪੂਰ ਵਾਰ ਕੀਤਾ। ਏਡੀ ਚਮਕਦੀ ਬਲਕਿ ਝੁੰਦਿਆ ਦੇਣ ਵਾਲੀ ਮੁਸਕਾਨ ਸੀ ਕਿ ਮੈਂ ਝੱਲ ਨਾ ਸਕਿਆ। ਮੈਂ ਨਿਗਾਹਾਂ ਹੇਠਾਂ ਕਰ ਲਈਆਂ। ਸੱਚਮੁੱਚ ਇਹ ਕਮਲਾ ਬੜੀ ਖਤਰਨਾਕ ਔਰਤ ਸੀ। ਉਸ ਦੇ ਹਰੇਕ ਸਰੀਰ ਦਾ ਹਰੇਕ ਅੰਗ ਕਹਿ ਰਿਹਾ ਸੀ, ਮੈਥੋਂ ਬਚ ਕੇ ਕਿੱਥੇ ਜਾਓਗੇ। ਮੈਂ ਸੁੰਦਰਤਾ ਭਰ ਦੀ ਸਭ ਤੋਂ ਸੁੰਦਰ ਔਰਤ ਹਾਂ। ਮੈਂ ਸੰਸਾਰ ਭਰ ਦੀ ਸਭ ਤੋਂ ਸੁੰਦਰ ਔਰਤ ਹਾਂ। ਤੁਹਾਨੂੰ ਮਜਬੂਰ ਹੋ ਕੇ ਮੈਨੂੰ ਹੀ ਸੁੰਦਰਤਾ ਦੀ ਰਾਣੀ ਚੁਣਨਾ ਪਏਗਾ। ਕਮਲਾ ਦੀ ਮੁਸਕਾਨ ਵਿੱਚ ਇੱਕ ਵਿਚਿੱਤਰ ਕਿਸਮ ਦਾ ਸੱਦਾ ਸੀ। ਮੇਰਾ ਦਿਲ ਕੰਬ ਗਿਆ। ਆਖਰ ਜਦੋਂ ਲੇਡੀ ਗਾਮਾ ਨੇ ਐਲਾਨ ਕੀਤਾ ਕਿ ਸ਼੍ਰੀਮਾਨ ਗਧੇ ਜੀ ਸੁੰਦਰੀ ਪ੍ਰਤੀਯੋਗਿਤਾ ਦਾ ਫੈਸਲਾ ਸੁਣਾਉਣਗੇ ਤਾਂ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਮੈਂ ਮਾਈਕਰੋਫੋਨ ਪਰੇ ਹਟਾ ਕੇ ਕਿਹਾ, ਸੁਆਣਿਓ ਤੇ ਸੱਜਣੋ, ਜਿਸ ਤਰ੍ਹਾਂ ਇੱਥੇ ਪਧਾਰਨ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੇ ਇਸ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣਾ ਜ਼ਰੂਰੀ ਸਮਝਿਆ ਹੈ ਕਿਉਂਕਿ ਉਹਨਾਂ ਦੀ ਸੁੰਦਰਤਾ ਦੀ ਖਿਆਤੀ ਪ੍ਰਮਾਣ ਸਿੱਧ ਹੈ, ਇਸੇ ਤਰ੍ਹਾਂ ਮੈਂ ਵੀ ਆਪਣੇ ਲਈ ਮਾਈਕਰੋਫੋਨ ਦਾ ਪ੍ਰਯੋਗ ਜ਼ਰੂਰੀ ਨਹੀਂ ਸਮਝਦਾ ਕਿਉਂਕਿ ਮੇਰੀ ਆਵਾਜ਼ ਹੀ ਕੜਕਵਾਰ ਤੇ ਪ੍ਰਮਾਣ ਸਿੱਧ ਹੈ। ਤੇ ਮੇਰਾ ਖਿਆਲ ਹੈ ਕਿ ਕਿਸੇ ਗਧੇ ਨੂੰ ਵੀ ਮਾਈਕਰੋਫੋਨ ਦੇ ਇਸਤੇਮਾਲ ਦੀ ਆਗਿਆ ਨਹੀਂ ਹੋਣੀ ਚਾਹੀਦੀ, ਬਲਕਿ ਮੈਂ ਵੱਡੇ ਗਧਿਆਂ ਨੂੰ ਮਾਈਕਰੋਫੋਨ ਦਾ ਗੈਰ ਜ਼ਰੂਰੀ ਪ੍ਰਯੋਗ ਕਰਦਿਆਂ ਦੇਖਿਆ ਹੈ। ਸੁਆਣਿਓ ਤੇ ਸੱਜਣੋ, ਇਸ ਮੌਕੇ 'ਤੇ ਭਾਰਤ ਦੇ ਕੋਨੇ-ਕੋਨੇ ਤੋਂ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਆਈਆਂ ਹੋਈਆਂ ਨੇ। ਇਸ ਦੀ ਸਾਨੂੰ ਖੁਸ਼ੀ ਹੈ, ਪਰ ਦੁੱਖ ਉਹਨਾਂ ਸੁੰਦਰੀਆਂ ਲਈ ਹੈ ਜਿਹੜੀਆਂ ਕਿਸੇ ਕਾਰਨ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਨਹੀਂ ਲੈ ਸਕੀਆਂ। ਮੈਂ ਇੱਕ ਗਧਾ ਹਾਂ, ਇਸ ਲਈ ਮੇਰੀ ਸਪਸ਼ਟ ਬਿਆਨੀ ਉੱਤੇ ਮੈਨੂੰ ਮੁਆਫ ਕੀਤਾ ਜਾਏ ਜੇ ਮੈਂ ਸਾਫ਼-ਸਾਫ਼ ਕਹਿ ਦਿਆਂ ਕਿ ਮੈਨੂੰ ਦੁੱਖ ਹੈ ਉਸ ਮਜ਼ਦੂਰ ਔਰਤ ਦਾ ਜਿਹੜੀ 2 ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਇੰਨੀ ਸੋਹਣੀ ਹੈ ਕਿ ਜੇ ਉਹ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਸਕਦੀ ਤਾਂ ਤੁਸੀਂ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ। ਪਰ ਉਹ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਨਹੀਂ ਲੈ ਰਹੀ ਕਿਉਂਕਿ ਉਹ 2 ਬੱਚਿਆਂ ਦੀ ਮਾਂ ਹੈ। ਉਸ ਕੋਲ ਨਾ ਇੰਨਾ ਸਮਾਂ ਹੈ ਤੇ ਨਾ ਇੰਨਾ ਕਿਰਾਇਆ ਕਿ ਉਹ ਇੱਥੇ ਆ ਸਕਦੀ। ਪਰ ਲੋਕ ਇਸ ਸੁੰਦਰੀ ਪ੍ਰਤੀਯੋਗਿਤਾ ਦੀ ਦਾਖਲਾ ਫੀਸ ਲਈ 25 ਰੁਪਏ ਵੀ ਨਹੀਂ ਸੀ। ਫਰਜ਼ ਕਰੋ ਕਿ ਕਿਸੇ ਤਰ੍ਹਾਂ ਰੁਪਈਆਂ ਦਾ ਪ੍ਰਬੰਧ ਕਰਕੇ ਉਹ ਇੱਥੇ ਆ ਵੀ ਜਾਂਦੀ ਤੇ ਇਸ ਪ੍ਰਤੀਯੋਗਿਤਾ ਦੀ ਰਾਣੀ ਵੀ ਚੁਣੀ ਜਾਂਦੀ ਤਾਂ ਵੀ ਲਾਸ ਏਂਜਲਸ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਦਾ ਸਵਾਲ ਖੜਾ ਰਹਿੰਦਾ ਕਿਉਂਕਿ ਉਸਦੇ 2 ਬੱਚਿਆਂ ਨੂੰ ਲਾਸ ਏਂਜਲਸ ਦੀ ਸੈਰ ਕੌਣ ਕਰਵਾਉਂਦਾ ਤੇ ਜੇ ਉਹ ਬੱਚੇ ਇੱਥੇ ਛੱਡ ਕੇ ਜਾਂਦੀ ਤਾਂ ਉਹ ਖਾਂਦੇ ਕੀ। ਮੈਂ ਇੱਕ ਸਰਵਗਵਾਸੀ ਧੋਬੀ ਦਾ ਗਧਾ ਹਾਂ। ਮੇਰੀ ਮਾਲਕਣ ਦੇ 2 ਪਿਆਰੇ ਬੱਚੇ ਨੇ। ਉਹ ਅੱਜ ਵੀ ਇੰਨੇ ਸੁੰਦਰ ਨੇ ਕਿ ਜੇ ਉਹ ਭੁੱਲ ਕੇ ਇੱਥੇ ਆ ਜਾਏ ਤਾਂ ਤੁਸੀਂ ਸਾਰੇ ਲੋਕ ਆਦਰ ਵੱਸ ਖੜੇ ਹੋ ਜਾਓਗੇ ਤੇ ਇੱਕ ਰਾਏ ਹੋ ਕੇ ਉਸਨੂੰ ਭਾਰਤ ਦੀ ਰਾਣੀ ਦਾ ਖਿਤਾਬ ਦੇ ਦਿਓਗੇ। ਪਰ ਅਫਸੋਸ ਹੈ ਕਿ ਉਹ ਵੀ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਨਹੀਂ ਲੈ ਸਕੀ। ਉਹ ਇਸ ਵੇਲੇ ਕੱਪੜੇ ਧੋ ਰਹੀ ਹੋਏਗੀ, ਕਿਸੇ ਅਜਿਹੀ ਕੁੜੀ ਦੇ ਕੱਪੜੇ ਜਿਹੜੀ ਖੁਦ ਇਸ ਵੇਲੇ ਇਸ ਪ੍ਰਤੀਯੋਗਿਤਾ ਵਿੱਚ ਮੌਜੂਦ ਹੈ। ਮੈਂ ਅੱਖਾਂ ਦੇ ਕੋਇਆਂ ਰਾਹੀਂ ਮਿਸ ਰੂਪਵਤੀ ਵੱਲ ਦੇਖਿਆ। ਉਹ ਬੁੱਲ੍ਹ ਚਿੱਥ ਰਹੀ ਸੀ। ਮੇਰਾ ਮਤਲਬ ਇਹ ਸੁਹੱਪਣ ਦੀ ਬੁਰਾਈ ਕਰਨਾ ਨਹੀਂ ਜੋ ਇੱਥੇ ਮੌਜੂਦ ਹੈ, ਪਰ ਮੈਨੂੰ ਮੁਆਫ਼ ਕਰਨਾ, ਇਹ ਸਿਵਲ ਲਾਈਨ ਤੇ ਮਾਲ ਰੋਡ ਦਾ ਸੁਹੱਪਣ ਹੈ। ਇਸ ਸੁਹੱਪਣ ਨੇ ਕਦੀ ਕੋਈ ਫਾਕਾ ਨਹੀਂ ਕੱਟਿਆ, ਕਦੀ ਕੋਈ ਦੁੱਖ ਨਹੀਂ ਦੇਖਿਆ, ਕਦੀ ਚੀਥੜੇ ਨਹੀਂ ਪਾਏ, ਕਦੀ ਸੜਕਾਂ 'ਤੇ ਨਹੀਂ ਸੁੱਤਾ। ਇਹ ਖੁੱਲ੍ਹੀ ਹਵਾ ਦਾ ਸੁਹੱਪਣ ਨਹੀਂ ਹੈ।
ਇਹ ਤਾਂ ਇੱਕ ਸੁੰਦਰ ਝਾੜ ਵਿੱਚ ਬਲਦੀ ਹੋਈ ਮੋਮੀ ਸ਼ਮਾ ਦਾ ਸੁਹੱਪਣ ਹੈ। ਕੀ ਇਹ ਭਾਰਤ ਦਾ ਸੁਹੱਪਣ ਹੈ, ਜਾਂ ਇਹ ਜਿਹੜਾ ਜਮਨਾ ਘਾਟ 'ਤੇ ਕੱਪੜੇ ਧੋਂਦਾ ਏ, ਜਿਹੜਾ ਸਰੋਂ ਦੇ ਖੇਤਾਂ ਵਿੱਚ ਗੀਤ ਗਾਉਂਦਾ ਏ, ਜਿਹੜਾ ਗੰਨੇ ਦੇ ਟਾਂਡਿਆਂ 'ਚ ਰਸ ਭਰਦਾ ਏ ਤੇ ਕਾਲੀਆਂ ਮਿਰਚਾਂ ਦੀਆਂ ਵੇਲਾਂ ਦੇ ਹਰੇ ਦਾਣੇ ਤੋੜਦਾ ਏ? ਉਹ ਸੁਹੱਪਣ ਜਿਹੜਾ ਮਨੁੱਖ ਦੇ ਪ੍ਰੇਮ ਤੇ ਮਿਹਨਤ ਤੋਂ ਪੈਦਾ ਹੁੰਦਾ ਏ। ਉਸ ਸੁਹੱਪਣ ਦਾ ਮੁੱਲ ਮਿੱਥੇ ਬਿਨਾਂ, ਉਸ ਦੀ ਮਹਾਨਤਾ ਨੂੰ ਸਮਝੇ ਬਿਨਾਂ ਕੀ ਇਹ ਸੁੰਦਰੀ ਪ੍ਰਤੀਯੋਗਿਤਾ ਅਧੂਰੀ ਨਹੀਂ ਰਹਿ ਜਾਂਦੀ? ਫਿਰ ਜਰਾ ਸੋਚੋ ਤਾਂ ਸਹੀ ਕਿ ਵੱਖ-ਵੱਖ ਸਥਾਨਾਂ ਦੀਆਂ ਸੁੰਦਰਤਾ ਦੀਆਂ ਕਸੌਟੀਆਂ ਵੱਖਰੀਆਂ ਹੁੰਦੀਆਂ ਨੇ। ਬੰਗਾਲ ਦੇ ਲੰਮੇ ਵਾਲ ਅਤੇ ਹਾਲੀਵੁੱਡ ਦੇ ਕੱਟੇ ਹੋਏ ਵਾਲ, ਫਰਾਂਸ ਦੇ ਪਤਲੇ ਕੂਲੇ ਅਤੇ ਭਾਰਤ ਦੇ ਭਾਰੇ ਕੂਲੇ ਸੁੰਦਰਤਾ ਦਾ ਪਰਿਮਾਪ ਸਮਝਦੇ ਨੇ। ਕਸ਼ਮੀਰੀ ਗੋਰੀ ਰੰਗ ਤੇ ਮੋਹਤ ਨੇ ਕੁਝ ਟਾਂਟਾਨਿਗਾਂ ਵਿੱਚ ਸੁਹੱਪਣ ਰਾਤ ਦੀਆਂ ਸਹਾਈ ਵਰਗਾ ਹੁੰਦਾ ਹੈ। ਕੋਈ ਪਤਲੇ ਹੋਂਠ ਪਸੰਦ ਕਰਦਾ ਹੈ, ਕੋਈ ਮੋਟੇ ਹੋਂਠ, ਕੋਈ ਲੰਮੀ ਗਰਦਨ, ਕੋਈ ਛੋਟੀ ਗਰਦਨ। ਫਿਰ ਸੰਸਾਰ ਪੱਧਰੀ ਖਰੇ ਸੁਹੱਪਣ ਦੀ ਪਰਿਭਾਸ਼ਾ ਕੀ ਹੋਈ? ਜਦੋਂ ਤੱਕ ਇਸ ਗੱਲ ਦਾ ਫੈਸਲਾ ਨਾ ਹੋ ਜਾਏ ਕਿ ਕੋਈ ਫੈਸਲਾ ਨਹੀਂ ਦੇ ਸਕਦਾ, ਜਦੋਂ ਤੱਕ ਇਸ ਗੱਲ ਦਾ ਫੈਸਲਾ ਨਾ ਹੋ ਜਾਏ ਮੈਂ ਕੋਈ ਫੈਸਲਾ ਨਹੀਂ ਦੇ ਸਕਦਾ। ਹਰ ਆਦਮੀ ਦੀ ਜ਼ਿੰਦਗੀ ਵਿੱਚ ਇੱਕ ਔਰਤ ਅਜਿਹੀ ਆਉਂਦੀ ਏ ਜਿਸ ਦੀ ਸੁੰਦਰਤਾ ਪਤਾ ਨਹੀਂ ਕੀ ਹੁੰਦੀ ਏ ਤੇ ਕੀ ਨਹੀਂ ਹੁੰਦੀ, ਪਰ ਉਸ ਆਦਮੀ ਦੇ ਮਨ ਵਿੱਚ, ਉਸ ਦੀ ਆਤਮਾ ਵਿੱਚ ਉਸ ਦੀ ਸੁੰਦਰਤਾ ਸਵਰਗ ਦੀਆਂ ਸਾਰੀਆਂ ਅਪਸਰਾਵਾਂ ਨਾਲੋਂ ਵੱਧ ਚੜ੍ਹ ਕੇ ਹੁੰਦੀ ਏ। ਅਜਿਹਾ ਇੱਕ ਆਦਮੀ ਮੈਂ ਜਮਨਾ ਪਾਰ ਕ੍ਰਿਸ਼ਨ ਨਗਰ ਵਿੱਚ ਵੇਖਿਆ ਸੀ। ਉਹ ਇੱਕ ਗੰਦੀ ਝੋਪੜੀ ਵਿੱਚ ਰਹਿੰਦਾ ਸੀ। ਉਸ ਦਾ ਨਾਂ ਧੰਨੂ ਸੀ। ਉਹ ਇੱਕ ਧੋਬੀ ਸੀ ਤੇ ਸਾਡਾ ਗੁਆਂਢੀ ਸੀ। ਉਸ ਦੀ ਪਤਨੀ ਬਿਲਕੁਲ ਸਧਾਰਨ ਰੰਗ ਰੂਪ ਦੀ ਸੀ, ਰੰਗ ਕਣਕ ਵੰਨਾ ਬਲਕਿ ਕਾਲਾ, ਨੈਣ ਨਕਸ਼ ਬਿਲਕੁਲ ਸਧਾਰਨ ਅੱਖਾਂ, ਸਧਾਰਨ ਬੁੱਲ, ਸਧਾਰਨ ਠੋਡੀ। ਉਸ ਦੀ ਚਾਲ ਢਾਲ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ। ਅਜਿਹੀ ਜਿਹੜੀ ਸਧਾਰਨ ਸੀ, ਉਹ ਇੱਕ ਚੀਜ਼ ਉਸ ਵਿੱਚ ਅਸਾਧਾਰਨ ਸੀ। ਜਿਹੜੀ ਅਸਾਧਾਰਨ ਹੋਈ, ਪਰ ਇੱਕ ਚੀਜ਼ ਉਸ ਵਿੱਚ ਅਸਾਧਾਰਨ ਸੀ। ਸ਼ਾਮ ਨੂੰ ਜਦੋਂ ਧੰਨੂ ਧੋਬੀ ਤੋਂ ਥੱਕਿਆ ਹੰਬਿਆ ਕੱਪੜਿਆਂ ਦੀ ਪੰਡ ਸਿਰ 'ਤੇ ਚੁੱਕ ਕੇ ਘਰ ਆਉਂਦਾ ਤਾਂ ਉਹ ਅਜਿਹੀ ਮੁਸਕਰਾਹਟ ਨਾਲ, ਅਜਿਹੀ ਮਿੱਠੀ ਤੇ ਦਿਲਕਸ਼ ਮੁਸਕਰਾਹਟ ਨਾਲ ਉਸ ਦਾ ਸਵਾਗਤ ਕਰਦੀ ਸੀ ਕਿ ਧੰਨੂ ਆਪਣੇ ਸਾਰੇ ਦਿਨ ਦੀ ਥਕਾਨ ਭੁੱਲ ਜਾਂਦਾ ਸੀ। ਉਸ ਔਰਤ ਕੋਲ ਸੰਸਾਰ ਦੀ ਸਭ ਤੋਂ ਸੁੰਦਰ ਮੁਸਕਾਨ ਸੀ। ਦੁੱਖ ਇਸੇ ਗੱਲ ਦਾ ਹੈ ਕਿ ਉਹ ਮੁਸਕਾਨ ਮੈਂ ਤੁਹਾਨੂੰ ਨਹੀਂ ਦੇ ਸਕਦਾ। ਉਸ ਮੁਸਕਾਨ ਨੂੰ ਤਾਂ ਨਾ ਨਾਪਿਆ ਜਾ ਸਕਦਾ, ਨਾ ਤੋਲਿਆ ਜਾ ਸਕਦਾ, ਨਾ ਉਸ ਦਾ ਗ੍ਰਾਫ ਬਣਾ ਕੇ ਜਿਓਮੈਟਰੀ ਦੀਆਂ ਰੇਖਾਵਾਂ ਵਿੱਚ ਢਾਲਿਆ ਬਿਆਨਾ ਜਾ ਸਕਦਾ ਹੈ। ਕਿਉਂਕਿ ਉਹ ਮੁਸਕਾਨ ਉਸ ਦੇ ਬੁੱਲ੍ਹਾਂ ਦੀ ਨਹੀਂ, ਉਸ ਦੇ ਦੰਦ ਨਹੀਂ, ਉਸ ਦਾ ਚਿਹਰਾ ਨਹੀਂ। ਉਸ ਦੀ ਮੁਸਕਾਨ ਦਾ ਸੰਬੰਧ ਉਸ ਦੇ ਸਮੁੱਚੇ ਵਿਅਕਤੀਤਵ ਨਾਲ ਹੈ, ਉਸ ਦੇ ਸਰੀਰ ਅਤੇ ਆਤਮਾ ਦੇ ਪੂਰੇ ਸੁਮੇਲ ਨਾਲ ਹੈ। ਫਿਰ ਉਸ ਮੁਸਕਾਨ ਦਾ ਸੰਬੰਧ ਆਪਣੇ ਪਤੀ ਨਾਲ ਵੀ ਹੈ। ਜਿਸ ਤਰ੍ਹਾਂ ਉਹ ਆਪਣੇ ਪਤੀ ਨੂੰ ਦੇਖ ਕੇ ਮੁਸਕਰਾਉਂਦੀ ਹੈ, ਜਿਸ ਤਰ੍ਹਾਂ ਉਸ ਦੇ ਚਿਹਰੇ 'ਤੇ ਹਾਵ ਭਾਵ ਤੁਰੰਤ ਇੰਨੇ ਬਦਲ ਜਾਂਦੇ ਨੇ ਕਿ ਉਹ ਅਤੀ ਸੁੰਦਰ ਨਜ਼ਰ ਆਉਣ ਲੱਗਦੀ ਹੈ। ਉਸ ਮੁਸਕਾਨ ਦਾ ਸੰਬੰਧ ਦੋ ਦਿਲਾਂ ਦੇ ਪ੍ਰੇਮ ਨਾਲ ਵੀ ਹੈ। ਇਸ ਮੁਸਕਰਾਉਂਦੀ ਹੋਈ ਮਹਾਨ ਸੁੰਦਰਤਾ ਪ੍ਰੇਮ ਕੀ ਕਿਰਿਆ ਤੇ ਪ੍ਰਤੀਕਿਰਿਆ ਦੀ ਪੈਦਾਇਸ਼ ਹੈ। ਮੈਨੂੰ ਸ਼ੱਕ ਹੈ ਕਿ ਇਹ ਔਰਤ ਕਿਸ ਤਰ੍ਹਾਂ ਕਿਸੇ ਪਰਾਏ ਮਰਦ ਸਾਹਮਣੇ ਵੀ ਮੁਸਕਰਾ ਸਕੇਗੀ, ਭਾਵੇਂ ਤੁਸੀਂ ਉਸ ਨੂੰ ਭਾਰਤ ਦੀ ਰਾਣੀ ਚੁਣ ਕੇ ਇਜਲਾਸ ਦੇ ਕਿਸੇ ਸੁੰਦਰ ਭਵਨ ਵਿੱਚ ਖੜੇ ਕਿਉਂ ਨਾ ਕਰ ਦਿਓ। ਮੇਰਾ ਖਿਆਲ ਹੈ ਉਹ ਕਦੀ ਇਸ ਤਰ੍ਹਾਂ ਨਹੀਂ ਮੁਸਕਰਾ ਸਕੇਗੀ, ਕਿਉਂਕਿ ਉਸ ਦਾ ਧੋਬੀ ਪਤੀ ਉੱਥੇ ਮੌਨ ਹੋਏਗਾ। ਫਿਰ ਅਸੀਂ ਕਿਸ ਤਰ੍ਹਾਂ ਉਸ ਸੁਹੱਪਣ ਨੂੰ ਪਰਖ ਸਕਦੇ ਹਾਂ? ਮੈਂ ਸਮਝਦਾ ਹਾਂ ਸੁਹੱਪਣ ਨੂੰ ਪਰਖਣ ਲਈ ਇਹ ਕਸੌਟੀ ਗਲਤ ਹੈ। ਇੱਕ ਔਰਤ ਦਾ ਸੁਹੱਪਣ ਉਸ ਦੇ ਵਿਚਾਰ ਤੋਂ ਹੀ ਪਛਾਣਿਆ ਪਰਖਿਆ ਜਾ ਸਕਦਾ ਹੈ। ਉਹ ਵਿਹਾਰ ਜਿਸ ਦਾ ਸੰਬੰਧ ਨਾ ਸਿਰਫ ਆਪਣੇ ਆਪ ਨਾਲ ਹੈ, ਬਲਕਿ ਉਸ ਦੇ ਘਰ ਨਾਲ, ਉਸ ਦੇ ਬੱਚਿਆਂ ਨਾਲ, ਉਸ ਦੇ ਕਾਰਖਾਨੇ ਨਾਲ, ਉਸ ਦੇ ਖੇਤ ਨਾਲ ਹੈ। ਔਰਤ ਦਾ ਸੁਹੱਪਣ ਕੋਈ ਸੁਣਨ ਵਿੱਚ ਰੱਖੀ ਜਾਣ ਵਾਲੀ ਵਸਤ ਨਹੀਂ ਹੈ। ਅਸੀਂ ਉਸ ਨੂੰ ਉਸ ਦੇ ਵਾਤਾਵਰਨ ਨਾਲੋਂ ਅਲੱਗ ਕਰਕੇ ਇੱਕ ਨਹਾਉਣ ਵਾਲੇ ਤਲਾਅ ਦੇ ਕਿਨਾਰੇ ਖੜਾ ਕਰਕੇ ਉਸ ਦਾ ਨਾਪ ਤੋਲ ਸ਼ੁਰੂ ਕਰ ਦਈਏ। ਸੁਹੱਪਣ ਨੂੰ ਸੁਣਨ ਵਿੱਚ ਨਹੀਂ ਜਾਚਿਆ ਜਾ ਸਕਦਾ। ਸੁਹੱਪਣ ਕੋਈ ਮਿਸਰ ਦੇਸ਼ ਦੇ ਮਸਾਲੇ ਲਾ ਕੇ ਸੰਭਾਲੀ ਜਾਣ ਵਾਲੀ ਮਮੀ ਨਹੀਂ ਹੋਏਗੀ। ਇਹ ਤਾਂ ਇੱਕ ਜੀਵੰਤ, ਅੱਗੇ ਵਧਦਾ ਹੋਇਆ ਪਰਿਵਰਤਨਸ਼ੀਲ ਜੀਵਨ ਕਰਮ ਹੈ। ਇਹ ਕਿੱਡੀ ਮੂਰਖਤਾ ਭਰਪੂਰ ਗੱਲ ਹੁੰਦੀ ਜੇ ਰੋਮੀਓ ਜੂਲੀਅਨ ਦੀ ਸੁੰਦਰਤਾ ਨੂੰ ਫੀਤੇ ਨਾਲ ਨਾਪਣਾ ਸ਼ੁਰੂ ਕਰ ਦਿੰਦਾ, ਜੇ ਪੈਰਿਸ ਹੈਲਨ ਦੀ ਸੁੰਦਰਤਾ ਦਾ ਵਜ਼ਨ ਕਿਸੇ ਮਸ਼ੀਨ 'ਤੇ ਤੋਲਣਾ ਸ਼ੁਰੂ ਕਰ ਦਿੰਦਾ, ਜੇ ਸੀਤਾ ਦੀ ਅਮਰ ਅਤੇ ਸਦੀਵੀ ਸੁੰਦਰਤਾ ਦੀ ਤੁਲਨਾ ਕਿਸੇ ਪੱਥਰ ਤੋਂ ਘੜੇ ਵਿੱਚ ਦੇ ਟੁਕੜੇ ਨਾਲ ਕੀਤੀ ਜਾਂਦੀ। ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਤੁਸੀਂ ਲੋਕ ਇਸ ਸੁੰਦਰੀ ਪ੍ਰਤੀਯੋਗਿਤਾ ਵਿੱਚ ਕੰਨ ਤਾਂ ਦੇਖਦੇ ਹੋ, ਪਰ ਉਹ ਆਵਾਜ਼ ਨਹੀਂ ਸੁਣ ਸਕਦੇ ਜਿਹੜੀ ਉਸ ਕੰਨ ਤੱਕ ਅੰਦਰ ਜਾਂਦੀ ਹੈ। ਤੁਸੀਂ ਅੱਖਾਂ ਦੇਖਦੇ ਹੋ, ਪਰ ਅੱਖਾਂ ਦੀ ਸ਼ਰਮ ਨਹੀਂ ਦੇਖਦੇ। ਛਾਤੀ ਦੇ ਉਭਾਰ ਦੇਖਦੇ ਹੋ, ਉਸ ਅੰਦਰ ਲੁਕੀ ਹੋਈ ਮਾਂ ਦੀ ਮਮਤਾ ਨਹੀਂ ਦੇਖਦੇ। ਤੇ ਮੈਂ ਤੁਹਾਡੀ ਇਸ ਸੁੰਦਰੀ ਪ੍ਰਤੀਯੋਗਿਤਾ ਬਾਰੇ ਕੀ ਰਾਏ ਦੇ ਸਕਦਾ ਹਾਂ?
ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਸੱਚਾ ਸੁਹੱਪਣ ਕਿਸੇ ਵੱਡੇ ਤੋਂ ਵੱਡੇ ਵਿਗਿਆਨ ਦਾਤਾ ਦੇ ਦਾਸਾਂ ਦੀ ਮੰਡੀ ਦਾ ਵਿਉਂਕ ਕਮਾਲ ਨਹੀਂ ਹੈ, ਜਿੱਥੇ ਪੱਟ ਤੇ ਪਿੰਜਣੀਆਂ ਨਾਪੀਆਂ ਜਾਂਦੀਆਂ ਨੇ, ਛਾਤੀ ਦਾ ਉਭਾਰ ਪਰਖਿਆ ਜਾਂਦਾ ਹੈ ਤੇ ਪੁੜਿਆਂ ਦੇ ਲੱਕ ਦਾ ਮਾਸ ਤੋਲਿਆ ਜਾਂਦਾ ਹੈ ਤੇ ਤੈਰਾਕੀ ਤਲਾਅ ਦੇ ਕਿਨਾਰੇ ਸੱਜ ਕੇ ਤਿੱਖੀਆਂ ਧੌਣਾਂ ਦੇ ਨਾਲ ਅਸਲੀ ਦੰਦ ਮੰਜਨ ਤੇ ਨਕਲੀ ਦੰਦਾਂ ਦੇ ਸੈੱਟ ਵੇਚਣ ਵਾਲੇ, ਨਹੁੰ ਕੱਟਣ ਵਾਲੇ ਯੰਤਰ, ਵਾਲ ਵਾਲੇ ਸਾਫ਼ ਪਾਊਡਰ ਵਧਾਉਣ ਵਾਲੇ, ਉੱਚੀ ਅੱਡੀ ਵਾਲੇ ਤੇ ਨੀਵੀਂ ਬੁੱਧ ਵਾਲੇ ਸਾਰੇ ਆਪੋ ਆਪਣੀਆਂ ਵਸਤੂਆਂ ਦਾ ਵਿਗਿਆਪਨ ਦਿੰਦੇ ਨੇ। ਇਸ ਲਈ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਡੀ ਇਹ ਸੁੰਦਰ ਪ੍ਰਤੀਯੋਗਿਤਾ ਬਿਲਕੁਲ ਫਰਾਡੇ, ਧੋਖਾ ਹੈ, ਜਾਲਸਾਜ਼ੀ ਅਤੇ ਬਦਦਿਆਨਤਦਾਰੀ ਦਾ। ਮੇਰਾ ਇਸ ਬਾਰੇ ਇਹੀ ਫੈਸਲਾ ਹੈ। ਜਦੋਂ ਮੈਂ ਇਹ ਭਾਸ਼ਣ ਸਮਾਪਤ ਕੀਤਾ ਤਾਂ ਉਸ ਪਿੱਛੋਂ ਕੁਝ ਚਿਰ ਤਾਈਂ ਤਾਂ ਹਾਲ ਵਿੱਚ ਸਨਾਟਾ ਰਿਹਾ, ਅਜਿਹਾ ਠੋਸ ਸਨਾਟਾ ਕਿ ਮੇਰਾ ਜੀਅ ਕੀਤਾ ਕਿ ਉਸ ਨੂੰ ਤੋੜਨ ਲਈ ਉੱਚੀ ਉੱਚੀ ਹੀਂਗਣਾ ਸ਼ੁਰੂ ਕਰ ਦਿਆਂ। ਕੁਝ ਛਿਣ ਬਾਅਦ ਹਾਲ ਵਿੱਚ ਖੁਸਰ ਫਿਸਰ ਸ਼ੁਰੂ ਹੋ ਗਈ। ਸਾਡੇ ਪਿੱਛੇ ਬੈਠੀਆਂ ਹੋਈਆਂ ਸੁੰਦਰੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀਆਂ ਕੁੜੀਆਂ ਸੁੰਦਰੀਆਂ ਬੇਹੋਸ਼ ਹੋ ਗਈਆਂ, ਕਈ ਚੀਕਾਂ ਮਾਰ ਲੱਗੀਆਂ। ਥੋੜ੍ਹੇ ਚਿਰ ਬਾਅਦ ਹਾਲ ਵਿੱਚ ਹਰੇਕ ਆਦਮੀ ਚੀਕ ਰਿਹਾ ਸੀ, ਸਾਲਾ, ਕਮੀਨਾ, ਗਧਾ ਕਿਤਦਾ, ਮੂਰਖਾਨੰਦ, ਇਸ ਨੂੰ ਬਾਹਰ ਕੱਢ ਦਿਓ, ਜੁੱਤੀਆਂ ਮਾਰ ਕੇ ਬਾਹਰ ਕੱਢ ਦਿਓ, ਕਿਹੜਾ ਗਧਾ ਫੜ ਲਿਆਏ, ਬਦਤਮੀਜ਼, ਬਦਜ਼ਬਾਨ, ਨਲਾਇਕ। ਫਿਰ ਗਧਾ ਮੁਰਦਾਬਾਦ ਦੇ ਨਾਅਰੇ ਸ਼ੁਰੂ ਹੋ ਗਏ। ਫਿਰ ਮਨਮੌਜੀ ਹੱਲਾ ਬੋਲ ਕੇ ਸਟੇਜ ਤੇ ਚੜ੍ਹ ਆਏ। ਉਹਨਾਂ ਦਾ ਇਰਾਦਾ ਸੀ ਕਿ ਸਭਾਪਤੀ ਦੇ ਸਤਿਕਾਰ ਡੰਡਿਆਂ ਨਾਲ ਕਰਨ, ਪਰ ਮੈਂ ਉਹਨਾਂ ਦਾ ਇਰਾਦਾ ਤਾੜ ਲਿਆ। ਇਸ ਲਈ ਮੈਂ ਝੱਟ ਹੀ 2-4 ਗਲਤੀਆਂ ਬਲਕਿ ਚੁਲਤੀਆਂ ਅਜਿਹੀਆਂ ਛੱਡੀਆਂ ਕਿ ਉਹਨਾਂ ਯੋਧਿਆਂ ਨੂੰ ਭੱਜਣ ਲਈ ਰਾਹ ਨਾ ਲੱਭਾ। ਮੈਨੂੰ ਵਿਟਰਿਆ ਦੇਖ ਕੇ ਸਟੇਜ 'ਤੇ ਵੀ ਹੰਗਾਮਾ ਮਚ ਗਿਆ। ਮਾਈਕ੍ਰੋਫੋਨ ਡਿੱਗ ਪਿਆ। ਲੇਡੀ ਗਾਮਾ ਬੇਹੋਸ਼ ਹੋ ਗਈ। ਕੁੜੀਆਂ ਚੀਕਣ ਕੂਕਣ ਲੱਗੀਆਂ। ਅਜਿਹੀ ਸਥਿਤੀ ਵਿੱਚ ਮੈਂ ਉੱਥੋਂ ਖਿਸਕਣਾ ਹੀ ਠੀਕ ਸਮਝਿਆ, ਸੋ ਮੈਂ ਸਟੇਜ ਤੋਂ ਗਲਤੀਆਂ ਛੱਡਦਾ ਤੇ ਆਪਣੇ ਵਿਸ਼ੇਸ਼ ਬੋਲੀ ਬੋਲਦਾ ਹੋਇਆ ਹੇਠਾਂ ਉਤਰਿਆ ਤੇ ਭੱਜਦਾ ਹੋਇਆ ਕਲੱਬ ਵਿੱਚੋਂ ਬਾਹਰ ਨਿਕਲ ਗਿਆ। ਬਹੁਤ ਸਾਰੇ ਲੋਕ ਗੁੱਸੇ ਵਿੱਚ ਮੇਰੇ ਵੱਲ ਭੱਜੇ, ਪਰ ਉਸ ਵੇਲੇ ਮੇਰੇ ਲਈ ਜਿਉਣ ਅਤੇ ਮਰਨ ਦਾ ਸਵਾਲ ਸੀ। ਇਸ ਲਈ ਮੈਂ ਵੀ ਅੱਖਾਂ ਮੀਚ ਕੇ ਅੰਨ੍ਹੇਵਾਹ ਭੱਜਣਾ ਸ਼ੁਰੂ ਕਰ ਦਿੱਤਾ। ਮੈਨੂੰ ਯਾਦ ਨਹੀਂ ਕਿ ਮੈਂ ਕਿਹੜੀ ਸੜਕ ਤੋਂ ਕਿੱਧਰ ਨੂੰ ਭੱਜਿਆ, ਕਿੱਧਰ ਮੁੜਿਆ, ਕਿੱਧਰ ਵੜਿਆ। ਮੈਨੂੰ ਉਸ ਵੇਲੇ ਹੋਸ਼ ਆਇਆ ਜਦੋਂ ਮੇਰਾ ਸਿਰ ਇੱਕ ਮੇਜ਼ ਨਾਲ ਟਕਰਾਇਆ ਤੇ ਬਹੁਤ ਸਾਰੀਆਂ ਚੀਨੀ ਦੀਆਂ ਪਿਆਲੀਆਂ ਯਕਦਮ ਛਣ ਕਰਕੇ ਟੁੱਟ ਗਈਆਂ। ਬਹੁਤ ਸਾਰੇ ਲੋਕ ਯਕਦਮ ਘਬਰਾ ਕੇ ਆਪੋ ਆਪਣੀਆਂ ਕੁਰਸੀਆਂ ਤੋਂ ਉੱਠ ਖੜੇ ਹੋਏ ਤੇ ਬਾਹਰ ਉਲਾਰ ਕੇ ਚੀਕਣ ਲੱਗੇ, ਇਹ ਗਧਾ ਕਿੱਥੋਂ ਵੜ ਆਇਆ, ਕੱਢੋ ਇਸ ਨੂੰ ਬਾਹਰ। ਹੁਣ ਮੈਂ ਜਰਾ ਗੋਹ ਨਾਲ ਇੱਧਰ ਉੱਧਰ ਦੇਖਿਆ ਤਾਂ ਪਤਾ ਲੱਗਾ ਕਿ ਮੈਂ ਵਿਲਿੰਗਡਨ ਕਲੱਬ ਤੋਂ ਬੜੀ ਦੂਰ ਇੰਡੀਆ ਗੇਟ ਤੋਂ ਵੀ ਅੱਗੇ ਜੀਂਦ ਹਾਊਸ ਵਿੱਚ ਵੜ ਆਇਆ, ਜਿੱਥੇ ਜੀਂਦ ਹਾਊਸ ਦੇ ਲੰਮੇ ਸਾਰੇ ਲਾਨ ਵਿੱਚ ਇੱਕ ਬੜੀ ਵੱਡੀ ਗਾਰਡਨ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਮੈਂ ਆ ਕੇ ਸਤਿਆਨਾਸ਼ ਕਰ ਦਿੱਤਾ। ਮੈਂ ਅਜੇ ਉੱਥੇ ਹੀ ਖੜਾ ਸਾਂ ਕਿ ਚੌਕੰਨਾ ਹੋ ਰਿਹਾ ਸਾਂ ਕਿ ਹੁਣ ਕਿੱਧਰ ਜਾਵਾਂ, ਕਿ ਮੈਂ ਕੀ ਦੇਖਦਾ ਇੱਕ ਲੇਖਕਾਂ ਵਰਗੇ ਮੁੱਖ ਮੰਡਲ ਵਾਲਾ ਆਦਮੀ ਸਿਰ ਤੋਂ ਮੋਢਿਆਂ ਤੱਕ ਵਾਲ ਲਟਕਾਈ, ਹੱਥ ਵਿੱਚ ਡਲਾ ਚੁੱਕੀ ਮੈਨੂੰ ਮਾਰਨ ਆ ਰਿਹਾ ਸੀ। ਉਸ ਦਾ ਚਿਹਰਾ ਕਿਤਾਬੀ ਸੀ, ਮੱਥਾ ਨੂਰਾਨੀ ਤੇ ਦਾੜੀ ਸਫੇਦ। ਪਹਿਲਾਂ ਤਾਂ ਉਹ ਮੈਥੋਂ ਦੂਰ ਰਿਹਾ ਤੇ ਡਲਾ ਦਿਖਾ ਕੇ ਡਰਾਉਂਦਾ ਤੇ ਕਹਿੰਦਾ, ਅਹਿੰਸਾ 'ਚ ਵਿਸ਼ਵਾਸ ਕਰਦਾ, ਨਹੀਂ ਤਾਂ ਹੁਣੇ ਡਲਾ ਮਾਰ ਦਿੰਦਾ। ਭਲਾਈ ਇਸੇ 'ਚ ਆ ਕਿ ਮੈਂ ਚੁੱਪ-ਚਾਪ ਜਿੱਧਰੋਂ ਆਇਆ ਉਧਰ ਨੱਠ ਜਾਵਾਂ। ਮੈਂ ਕਿਹਾ, ਮੇਰੇ ਪਿੱਛੇ ਬਹੁਤ ਸਾਰੇ ਲੋਕ ਡੰਡੇ ਚੁੱਕੀ ਮਾਰਨ ਲਈ ਆ ਰਹੇ ਨੇ, ਇਸ ਲਈ ਵਾਪਸ ਨਹੀਂ ਜਾ ਸਕਦਾ। ਤੁਸੀਂ ਚਾਹੋ ਹਿੰਸਾ ਕਰੋ ਜਾਂ ਅਹਿੰਸਾ। ਮੈਨੂੰ ਬੋਲਦਾ ਦੇਖ ਕੇ ਉਸ ਆਦਮੀ ਦੇ ਹੱਥ ਦਾ ਡਲਾ ਛੁੱਟ ਗਿਆ। ਅੱਖਾਂ ਟੱਡੀਆਂ ਰਹਿ ਗਈਆਂ, ਰੰਗ ਉੱਡ ਗਿਆ ਤੇ ਦਾੜੀ ਦੇ ਵਾਲ ਇੰਜ ਕੰਬਣ ਲੱਗੇ ਕਿ ਮੈਂ ਡਰ ਗਿਆ ਕਿਤੇ ਉਸਦੀ ਦਾੜੀ ਝੜ ਕੇ ਹੇਠਾਂ ਨਾ ਡਿੱਗ ਪਏ। ਕਿਸੇ ਤਰ੍ਹਾਂ ਮੈਂ ਕੁਝ ਚਿਰ ਬਾਅਦ ਉਹ ਸੱਜਣ ਪੁਰਸ਼ ਤੇ ਆਪਣੇ ਆਪ ਤੇ ਕਾਬੂ ਪਾਇਆ ਤੇ ਬੜੀ ਮੁਸ਼ਕਲ ਨਾਲ ਕਿਹਾ, ਤੂੰ ਕੌਣ ਹੈ? मैं कहा, बिगाने गधे को हम बेश गालिब तमाशा या अहेले करम देखते हैं। ਉਹ ਆਦਮੀ ਇਹ ਸੁਣਦਾ ਹੀ ਵਾਪਸ ਪਰਤ ਗਿਆ। ਆਪਣੀ ਮੇਜ਼ ਤੇ ਜਾ ਕੇ ਆਪਣੀ ਸਾਥੀ ਲੇਖਕਾਂ ਨੂੰ ਕਹਿਣ ਲੱਗਾ, ਮਿੱਤਰੋ ਕਮਾਲ ਹੋ ਗਿਆ। ਕੀ ਹੋਇਆ? ਬਹੁਤ ਸਾਰੇ ਲੇਖਕ ਇੱਕੋ ਵਾਰ ਬੋਲੇ। ਚਾਚਾ ਗਾਲਿਬ ਗਧੇ ਦਾ ਭੇਸ ਬਣਾ ਕੇ ਸਾਨੂੰ ਮਿਲਣ ਆਏ ਨੇ। ਝੂਠ। ਉਹ ਨਹੀਂ ਜੀ, ਆਪਣੀ ਅੱਖਾਂ ਨਾਲ ਦੇਖ ਆਓ, ਆਪਣੇ ਕੰਨਾਂ ਨਾਲ ਸੁਣ ਆਓ, ਉਹ ਸਾਹਮਣੇ ਖੜੇ ਨੇ। ਉਸ ਸੱਜਣ ਬੰਦੇ ਨੇ ਮੇਰੇ ਵੱਲ ਇਸ਼ਾਰਾ ਕੀਤਾ। ਇੰਨੇ ਵਿੱਚ ਇੱਕ ਚਪੜਾਸੀ ਸਾਹਿਤ ਅਕਾਦਮੀ ਦਾ ਸੈਕਟਰੀ ਅਤੇ ਉਸ ਦਾ ਅਸਿਸਟੈਂਟ, ਜਿਸ ਦਾ ਨਾਮ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸ਼੍ਰੀ ਡੀ ਗੁੜਚ ਹੈ, ਉਹ ਸਾਰੇ ਮੈਨੂੰ ਡੰਡਾ ਚੁੱਕੀ ਬਾਹਰ ਕੱਢਣ ਆਏ ਤੇ ਉਸ ਸੱਜਣ ਬੰਦੇ ਨੇ ਹੱਥ ਦਾ ਇਸ਼ਾਰਾ ਕਰਕੇ ਉਹਨਾਂ ਨੂੰ ਰੋਕ ਦਿੱਤਾ, ਬਲਕਿ ਮੇਰੇ ਲਈ ਸਪੈਸ਼ਲ ਕੁਰਸੀ ਲਿਆਉਣ ਲਈ ਕਿਹਾ। ਇਸ ਪਿੱਛੋਂ ਮੈਨੂੰ ਬੜੇ ਆਦਰ ਨਾਲ ਉਹਨਾਂ ਲੇਖਕਾਂ ਦੀ ਸਭਾ ਵਿੱਚ ਬਿਠਾਇਆ ਗਿਆ। ਬਹੁਤ ਸਾਰੇ ਲੋਕ ਮੈਨੂੰ ਅਜੇ ਵੀ ਘੂਰ ਰਹੇ ਸਨ। ਆਖਰ ਮੈਥੋਂ ਰਿਹਾ ਨਾ ਗਿਆ ਤੇ ਮੈਂ ਕਿਹਾ, ਕਿਉਂ ਸੱਜਣੋ, ਕੀ ਤੁਸੀਂ ਅੱਜ ਤੱਕ ਕੋਈ ਗਧਾ ਨਹੀਂ ਦੇਖਿਆ ਜਿਹੜਾ ਇੰਜ ਬੁਰੀ ਤਰ੍ਹਾਂ ਘੂਰ ਰਹੇ ਹੋ? ਇੱਕ ਸੱਜਣ ਬੋਲਿਆ, ਅਸੀਂ ਸਭ ਜਾਣਦੇ ਹਾਂ। ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਇਹ ਦਸ਼ਾ ਕਿਉਂ ਬਣਾਈ ਹੋਈ ਹੈ?
ਮੈਂ ਕਿਹਾ, ਇਸ ਮਿੱਟੀ ਦੇ ਪਤਲੇ ਜਿਸਮ ਨੂੰ ਕਿਸ ਤਰ੍ਹਾਂ ਤਾਂ ਢੱਕਣਾ ਹੀ ਚਾਹੀਦਾ ਹੈ। ਦੱਸੋ ਕਿੰਜ ਆਉਣੇ ਹੋਏ? ਦੱਸੋ, ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਤਾਂ ਕੋਈ ਮੁਸ਼ਕਲ ਤਾਂ ਨਹੀਂ ਆ ਸਕਦੀ? ਹਾਂ ਜੀ, ਦੁਰਸਤ ਫਰਮਾਇਆ ਤੁਸੀਂ, ਬੜੀ ਮੁਸ਼ਕਲ ਨਾਲ ਆਇਆ। ਅਜੇ ਤੱਕ ਉਹਨਾਂ ਲੋਕਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਨੇ ਜਿਹੜੇ ਮੇਰੇ ਪਿੱਛੇ ਪੈ ਗਏ ਨੇ। ਉਹ ਜੀ ਸਾਹਿਬ, ਤੁਹਾਡੇ ਸ਼ੇਰ ਜੋ ਇੱਕ ਵਾਰ ਸੁਣੇਗਾ ਉਹ 100 ਵਾਰੀ ਤੁਹਾਡੇ ਪਿੱਛੇ ਭੱਜੇਗਾ। ਇਸ 'ਚ ਸ਼ੱਕ ਹੀ ਕੀ ਏ? ਇੱਕ ਮਰੀਅਲ ਜਿਹਾ ਲੇਖਕ ਬੜੀ ਮਰੀਅਲ ਜਿਹੀ ਆਵਾਜ਼ ਵਿੱਚ ਬੋਲਿਆ। ਸ਼ੇਰ? ਮੈਂ ਹੈਰਾਨ ਰਹਿ ਗਿਆ। ਉਹ ਪਹਿਲੇ ਸੱਜਣ ਬੰਦੇ ਨੇ ਮੇਰੇ ਕੰਨ ਵਿੱਚ ਕਿਹਾ, ਮੈਂ ਇਹਨਾਂ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਕੌਣ ਹੋ, ਗਾਲਿਬ, ਗਧੇ ਦੇ ਭੇਸ਼ ਵਿੱਚ। ਗਾਲਿਬ, ਲਾਹੌਰ ਬਿਲਾ ਕੁਵਤ। ਮੈਂ ਗੁੱਸੈਲੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਕਿਹਾ, ਉਹ ਜੀ, ਮੈਂ ਤਾਂ ਇੱਕ ਮਾਮੂਲੀ ਗਧਾ ਹਾਂ ਜਿਸ ਨੂੰ ਪੜ੍ਹਨ ਲਿਖਣ ਦੀ ਥੋੜ੍ਹੀ ਕੁ ਸੁੱਧ ਬੁੱਧ ਹੈ। ਕਿੱਥੇ ਮੈਂ ਤੇ ਕਿੱਥੇ ਗਾਲਿਬ। ਧੰਨਵਾਦ। ਬਾਕੀ ਅਗਲੇ ਭਾਗ ਵਿੱਚ।